और 7 ਜਿਹੜੀਆਂ ਨੇ ਆਮ ਡਿਕੋਇਟੀਜ਼ ਇਹਨਾਂ ਨੇ ਕਰਨੀਆਂ ਸੀਗੀਆਂ ਜਿਹੜੀ ਇਹਨਾਂ ਦੀ ਪਲੈਨਿੰਗ ਸੀਗੀ ਅਲੱਗ-ਅਲੱਗ ਜਗ੍ਹਾ ਦੇ ਉੱਤੇ। ਸੋ ਇਹਦੇ ਵਿੱਚ ਮੈਂ ਇੱਕ ਵਾਰੀ ਨਾਮ ਦੱਸਣਾ ਚਾਹਾਂਗਾ ਕਿ ਇੱਕ ਤਾਂ ਅਵਤਾਰ ਏਲੀਅਸ ਮੰਗਲ ਆ, ਇੱਕ ਜੋਬਨਪ੍ਰੀਤ ਆ, ਇੱਕ ਆਕਾਸ਼ਦੀਪ ਆ, ਹਰਪ੍ਰੀਤ ਏਲੀਅਸ ਕਾਕਾ, ਅਰਸ਼ਦੀਪ, ਲਵਜੋਤ, ਰੇਸ਼ਮ, ਇੱਕ ਬੌਬੀ, ਗੁਰਪ੍ਰੀਤ ਏਲੀਅਸ ਘੁੰਮਾ ਸ਼ੂਟਰ ਕਹਿੰਦੇ ਇਹਨੂੰ, ਗੁਰਪ੍ਰੀਤ ਏਲੀਅਸ ਗੋਪੀ, ਹਰਮਨ ਕਲਸੀ ਤੇ ਬਲਵਿੰਦਰ ਬਿੱਲਾ। ਇਹ 13 ਬੰਦੇ ਅਰੈਸਟ ਕੀਤੇ ਆ। ਇਹ ਸਾਰੇ ਦੇ ਸਾਰੇ ਹਿਸਟਰੀ ਸ਼ੀਟਰ ਨੇ, ਪੁਰਾਣੇ ਕ੍ਰਿਮੀਨਲ ਨੇ, ਕਾਫੀ ਸਾਰੇ ਕੇਸਿਸ ਇਹਨਾਂ ਦੇ ਖਿਲਾਫ ਦਰਜ ਆ, ਜਿਹਦੇ ਵਿੱਚ ਜਿਹੜਾ ਇਹ ਆਪਣਾ ਹੈਗਾ ਜਿੱਦਾਂ ਰੇਸ਼ਮ ਸਿੰਘ ਆ, ਇਹ ਤਰਨਤਾਰਨ ਦਾ ਰਹਿਣ ਵਾਲਾ, ਇਹਦੇ ਖਿਲਾਫ 5 FIR ਪਹਿਲਾਂ ਦਰਜ ਨੇ। ਅਵਤਾਰ ਸਿੰਘ ਆ, ਇਹਦੇ ਖਿਲਾਫ 2 FIR ਦਰਜ ਨੇ, ਇਹ ਵੀ ਤਰਨਤਾਰਨ ਦਾ ਹੈ। ਜੋਬਨਪ੍ਰੀਤ ਵੀ ਤਰਨਤਾਰਨ ਦਾ, ਇਹਦੇ ਖਿਲਾਫ ਵੀ 2 FIR ਦਰਜ ਨੇ। ਆਕਾਸ਼ਦੀਪ ਤਰਨਤਾਰਨ ਦਾ 1 FIR ਦਰਜ ਆ। ਹਰਪ੍ਰੀਤ ਕਾਕਾ ਹੈ, ਲਵਜੋਤ ਆ। ਸੋ ਸਾਰਿਆਂ ਦੇ ਖਿਲਾਫ ਹੀ 2 ਤੋਂ ਲੈ ਕੇ 1 ਤੋਂ ਲੈ ਕੇ 5 FIR ਦਰਜ ਨੇ। ਜਿਸ ਤਰ੍ਹਾਂ ਮੈਂ ਦੱਸਿਆ ਰੇਸ਼ਮ ਦੇ ਖਿਲਾਫ 7, ਲਵਜੀਤ ਦੇ ਖਿਲਾਫ FIR ਦਰਜ ਨੇ। ਇਹ ਸਾਰੀਆਂ ਹੀ ਹੀਨਸ ਕ੍ਰਾਈਮ ਦੀਆਂ FIR ਨੇ। ਕੋਈ ਡਿਕੋਇਟੀ ਦੀ ਆ, ਕੋਈ ਮਰਡਰ ਦੀ ਆ, ਕੋਈ ਅਟੈਂਪਟ ਟੂ ਮਰਡਰ ਦੀ FIR ਆ। ਔਰ ਜਿਹੜੇ 13 ਬੰਦੇ ਇਹਨਾਂ ਨੇ ਅਰੈਸਟ ਕੀਤੇ ਆ, ਇਹਦੇ ਵਿੱਚ 9 ਜਿਹੜੇ ਨੇ ਉਹ ਸ਼ੂਟਰਸ ਨੇ ਔਰ 4 ਜਿਹੜੇ ਨੇ ਉਹ ਜਾਂ ਸ਼ੂਟਰ ਨੇ ਪਲੱਸ ਵੈਪਨ ਦੇ ਸਪਲਾਇਰ ਵੀ ਨੇ ਉਹਦੇ ਵਿੱਚ ਕੁਝ ਬੰਦੇ ਜਿਹੜੇ ਨੇ। ਔਰ ਇਹ ਸਾਰੇ ਦੇ ਸਾਰੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਰਿਲੇਟਡ ਨੇ। ਜਿਹੜੇ ਇਹਨਾਂ ਨੇ ਮਰਡਰ ਪਲਾਨ ਕੀਤੇ ਸੀਗੇ ਉਹਦੇ ਵਿੱਚੋਂ 2 ਮਰਡਰ ਹੈਗੇ ਜਿਹੜੇ ਬੰਬੀਹਾ ਪਿੰਦਾ ਗੈਂਗ ਦੇ ਬੰਦੇ ਸੀਗੇ, ਉਹਨਾਂ ਦੇ ਮਰਡਰ ਕਰਨੇ ਸੀਗੇ। ਇੱਕ ਬੰਦਾ ਸੀਗਾ ਜਿਹੜਾ ਬੰਬੀਹਾ ਗੌਂਡਰ ਗੈਂਗ ਦਾ ਬੰਦਾ ਸੀਗਾ, ਉਹਦਾ ਮਰਡਰ ਕਰਨਾ ਸੀਗਾ। ਡਿਕੋਇਟੀਜ਼ ਜਿਹੜੀਆਂ ਇਹਨਾਂ ਨੇ ਪਲਾਨ ਕੀਤੀਆਂ ਸੀਗੀਆਂ ਉਹ ਅੰਮ੍ਰਿਤਸਰ ਦੇ ਵਿੱਚ, ਲੁਧਿਆਣੇ ਦੇ ਵਿੱਚ ਔਰ ਫਿਰੋਜ਼ਪੁਰ 'ਚ ਪਲਾਨ ਕੀਤੀਆਂ ਸੀਗੀਆਂ। ਇੱਕ ਇਹਨਾਂ ਨੇ ਪੈਟਰੋਲ ਪੰਪ ਲੁੱਟਣਾ ਸੀਗਾ ਕਪੂਰਥਲਾ ਦੇ ਏਰੀਆ ਦੇ ਵਿੱਚ। ਇੱਕ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਹੋਰ ਇਨਸੀਡੈਂਟ ਕਰਨਾ ਸੀਗਾ ਕਰਤਾਰਪੁਰ ਦੇ ਏਰੀਆ ਦੇ ਵਿੱਚ, ਜਿਹੜਾ ਇਹਨਾਂ ਨੇ ਪਲਾਨ ਕੀਤਾ ਸੀਗਾ ਉਹ ਕੈਸ਼ ਵੈਨ ਲੁੱਟਣੀ ਸੀ ਇਹਨਾਂ ਨੇ ਬੈਂਕ ਦੀ। 3 ਟੋਲ ਪਲਾਜ਼ਾ ਪੈਂਦੇ ਆਪਣੇ ਮੇਨ ਰੋਡ ਦੇ ਉੱਤੇ, ਉਹ ਤਿੰਨੇ ਟੋਲ ਪਲਾਜ਼ਾ ਦੇ ਉੱਤੇ ਰੋਬਰੀ ਕਰਨ ਦਾ ਇਹਨਾਂ ਦਾ ਪਲਾਨ ਸੀਗਾ। ਸੋ ਸਾਰੀ ਰੇਕੀ ਕਰ ਚੁੱਕੇ ਸੀ, ਮਰਡਰਸ ਦੀ ਵੀ, ਡਿਕੋਇਟੀ ਦੀ ਵੀ, ਰੋਬਰੀ ਦੀ ਵੀ, ਔਰ ਬਿਲਕੁਲ ਟਾਈਮ ਦੇ ਉੱਤੇ ਫੜੇ ਗਏ। ਇਹਨਾਂ ਦੇ ਕੋਲੋਂ ਜਿਹੜੇ ਵੈਪਨ ਮਿਲੇ ਨੇ, ਇਹਨਾਂ ਦੇ ਕੋਲੋਂ ਟੋਟਲ ਜਿਹੜੇ ਨੇ 13 ਪਿਸਟਲ ਮਿਲੇ ਨੇ, ਜਿਹਦੇ ਚੋਂ 2 ਫੋਰਨ ਮੇਡ ਪਿਸਟਲ ਨੇ ਔਰ 11 ਜਿਹੜੇ ਨੇ ਉਹ ਇੰਡੀਅਨ ਪਿਸਟਲ ਨੇ, ਜਿਹਦੇ ਵਿੱਚ 4 ਸ਼ਾਮਲੀ ਦੇ ਆ ਔਰ 7 ਜਿਹੜੇ ਨੇ ਉਹ ਮੱਧ ਪ੍ਰਦੇਸ਼ ਦੇ ਆ। ਸੋ 18 ਕਾਰਟ੍ਰਿਜਸ ਮਿਲੇ ਨੇ ਇਹਨਾਂ ਦੇ ਕੋਲੋਂ। ਸੋ ਬਹੁਤ ਅੱਛੀ ਅਚੀਵਮੈਂਟ ਆ, ਬਹੁਤ ਵਧੀਆ ਅਚੀਵਮੈਂਟ SSP ਜਲੰਧਰ ਰੂਰਲ ਦੀ। ਜੇ ਕੋਈ ਤੁਹਾਡੀ ਸਪੈਸੀਫਿਕ ਕੁਐਰੀ ਆ, ਮੈਂ ਹੁਣ ਕਿਉਂਕਿ ਇਹਨਾਂ ਨੇ ਫਰੰਟ ਤੇ ਆਪ ਲੀਡ ਕਰਕੇ SSP ਜਲੰਧਰ ਰੂਰਲ ਨੇ ਆਪਰੇਸ਼ਨ ਕੀਤਾ ਹੈ, ਕੋਈ ਵੀ ਕੁਐਸਚਨ ਜਿਹੜਾ ਇਹਦੇ ਨਾਲ ਰਿਲੇਟਡ ਆ ਉਹ ਮੈਂ ਕਹੂੰਗਾ ਇਹਨਾਂ ਨੂੰ ਸੋਪਨ ਸ਼ਰਮਾ ਨੂੰ, ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਇਹਦੇ ਰਿਲੇਟਡ। ਕੋਈ ਚੀਜ਼ ਜਿਹੜੀ ਪਹਿਲਾਂ ਪਿੱਛੇ ਕਰਕੇ ਜਿਹੜੀ ਘਟਨਾ ਵਾਪਰੀ ਸੀ, ਉਹਨਾਂ ਨੂੰ ਜੋ ਬੰਦੇ ਫੜੇ ਸੀ ਕਿ ਇਹਨਾਂ ਨੇ ਰੈਕੀ ਕੀਤੀ ਹੈ, ਰੋਕੀ ਮਾਰਨੇ, ਉਹੀ ਕਿਸੇ ਇੱਕ 11 ਬੰਦੇ ਇਹਨਾਂ ਨੇ ਜੂਨ ਦੇ ਐਂਡ ਤੇ ਫੜੇ ਸੀਗੇ, ਉਹਦੀ ਕੰਟੀਨਿਊਟੀ 'ਚ ਹੀ ਆ। ਉਹ ਸੇਮ ਟਾਈਪ ਦੇ ਬੰਦੇ ਹੀ ਆ ਸਾਰੇ ਦੇ ਸਾਰੇ। ਜਿਹੜੀ ਖਾਸ ਤੌਰ ਤੇ ਕੋਈ ਵੱਡਾ ਕੋਈ ਟਾਰਗੇਟ ਤੇ ਪੋਲੀਟੀਸ਼ੀਅਨ ਹਾਈ ਪ੍ਰੋਫਾਈਲ ਦੇਖੋ ਇਹਦੇ ਵਿੱਚ ਨਾ ਜਿਹੜੀ ਦੇਖੋ ਸਪੈਸੀਫਿਕ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਉਹਦੇ ਨਾਲ ਸਿਕਿਉਰਿਟੀ ਥ੍ਰੈਟ ਹੁੰਦਾ ਹੈ, ਪਰ ਜਿੰਨੇ ਵੀ ਬੰਦੇ ਇਹਨਾਂ ਦੇ ਟਾਰਗੇਟ ਸੀਗੇ ਉਹ ਪ੍ਰੋਮੀਨੈਂਟ ਬੰਦੇ ਹੀ ਸੀਗੇ, ਬਟ ਸਪੈਸੀਫਿਕ ਆਪਾਂ ਨਹੀਂ ਡਿਸਕਲੋਜ਼ ਕਰ ਸਕਦੇ। ਪੰਜਾਬ ਦੇ ਸੀਗੇ, ਏਰੀਆ ਐਂਡ ਬੰਦੇ ਦਾ ਨਾਮ ਜਿਹੜਾ ਦੱਸਣਾ ਸਿਕਿਉਰਿਟੀ ਪੁਆਇੰਟ ਆਫ View ਤੋਂ ਠੀਕ ਨਹੀਂ ਹੋਏਗਾ, ਬਟ ਆਈ ਵੁੱਡ ਨਾਟ ਸੇ ਕਿ ਕੋਈ ਪੋਲੀਟੀਸ਼ੀਅਨ ਸੀਗਾ, ਬਟ ਸਾਰੇ ਪ੍ਰੋਮੀਨੈਂਟ ਬੰਦੇ ਸੀਗੇ। ਕਿੰਨੀ ਮਾਤਰਾ ਚ ਅਸਲਾ ਇਹਨਾਂ ਕੋਲ ਕਿੱਥੋਂ ਆਇਆ ਜੀ? ਇਹ ਜਿੱਦਾਂ ਮੈਂ ਦੱਸਿਆ ਜੀ, ਜਿਹੜੇ ਵੈਪਨ ਆ ਇਹਦੇ ਚ ਹੁਣ ਨਾ ਇਹਨਾਂ ਦੇ 3-4 ਚੀਜ਼ਾਂ ਜਿਹੜੀਆਂ ਨੇ ਫਰਦਰ ਅਜੇ ਇਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਆ। ਇੱਕ ਤਾਂ ਇਹਨਾਂ ਦੀ ਠਾਰ ਕਿੱਥੇ ਸੀਗੀ ਉਹ ਲੱਭ ਰਹੇ ਆ ਕਿ ਕਿੱਥੇ ਕਿੱਥੇ ਰਹਿੰਦੇ ਰਹੇ। ਬਹੁਤੇ ਤਰਨਤਾਰਨ ਤੇ ਫਿਰੋਜ਼ਪੁਰ ਏਰੀਆ ਦੇ ਆ, ਸੋ ਜ਼ਿਆਦਾਤਰ ਚਾਂਸਿਸ ਆ ਕਿ ਤਰਨਤਾਰਨ ਜਾਂ ਫਿਰੋਜ਼ਪੁਰ ਏਰੀਆ 'ਚ ਰਹਿੰਦੇ ਰਹੇ। ਫਿਰ ਇਹਨਾਂ ਨੂੰ ਫਾਈਨੈਂਸ਼ੀਅਲੀ ਕੌਣ ਹੈਲਪ ਕਰਦਾ ਸੀਗਾ ਉਹ ਇਨਵੈਸਟੀਗੇਸ਼ਨ ਚੱਲ ਰਹੀ ਉਹਦੀ। ਤੀਸਰਾ ਹੈਗਾ ਜਿਹੜੇ ਵੈਪਨ ਸੀਗੇ, ਜਿਸ ਤਰ੍ਹਾਂ ਮੈਂ ਦੱਸਿਆ ਵੈਪਨ ਸਪਲਾਇਰ ਜਿਹੜੇ ਸੀਗੇ ਇਹਨਾਂ ਦੇ 4 ਬੰਦੇ ਇਹਨਾਂ 'ਚੋਂ ਹੈਗੇ ਆ। ਫਰਦਰ ਉਹ ਕਿੰਨਾ ਤੋਂ ਲੈ ਕੇ ਆਉਂਦੇ ਸੀਗੇ ਉਹ ਸਾਰੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ, ਬਟ 13 ਦੇ ਵਿੱਚੋਂ 4 ਵੈਪਨ ਜਿਹੜੇ ਨੇ ਉਹ ਸ਼ਾਮਲੀ ਦੇ ਨੇ, ਜਿਹੜਾ UP ਦਾ ਏਰੀਆ, ਔਰ 7 ਵੈਪਨ ਮੱਧ ਪ੍ਰਦੇਸ਼ ਦੇ ਨੇ। ਐਗਜ਼ੈਕਟ ਕਿਹੜੇ ਬੰਦੇ ਤੋਂ ਲੈ ਕੇ ਆਉਂਦੇ ਸੀਗੇ ਉਹ ਇਹਨਾਂ ਦੀ ਟੀਮ ਲੱਗੀ ਹੋਈ ਹੈ ਇਨਵੈਸਟੀਗੇਸ਼ਨ ਤੇ। ਜਦੋਂ ਹੀ ਫਰਦਰ ਡਿਵੈਲਪਮੈਂਟ ਹੁੰਦੀ ਹੈ ਉਹ ਵੀ ਡਿਸਕਲੋਜ਼ ਕਰਾਂਗੇ। ਉਹਦੇ ਵਿੱਚ ਫੋਰਨ ਮੇਡ ਵੈਪਨ 2 ਵੈਪਨ ਸੀਗੇ ਜੀ ਉਹਦੇ ਵਿੱਚ। ਸੋ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ ਪਹਿਲਾਂ ਸੀਗਾ ਕਿ AK-47 ਉਹਨੇ 8 ਲੱਖ ਲਈ, ਇਹ ਸਾਰੇ ਵੈਪਨ ਕਿਤੇ ਵਾਕੇ ਪਰਚੇਜ਼ ਕੀਤੇ ਕ੍ਰਾਈਮ ਵਾਸਤੇ ਸੀਗੇ ਜਾਂ ਫਿਰ ਇਹਨਾਂ ਨੇ ਲੁੱਟਖੋ ਕੀਤੀ ਹੈ ਜਾਂ ਉੱਥੋਂ ਲੈ ਕੇ ਆਏ? ਨਹੀਂ, ਇਹਨਾਂ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ, ਇਹਨਾਂ ਨੇ ਕ੍ਰਾਈਮ ਕਰਨਾ ਸੀਗਾ
ਔਰ ਆਈ ਕੈਨ ਓਨਲੀ ਸੇ ਕਿ ਜਿਹੜਾ ਕ੍ਰਾਈਮ ਇਹਨਾਂ ਨੇ ਕਰਨਾ ਸੀਗਾ ਸੈਂਸੇਸ਼ਨਲ ਕ੍ਰਾਈਮ ਹੀ ਕਰਨਾ ਸੀਗਾ ਇਹਨਾਂ ਨੇ। ਜਿਹੜੇ ਮਰਡਰ ਸੀਗੇ ਪਲਾਨ 5 ਮਰਡਰ ਜਾਂ ਜਿਹੜੀਆਂ ਡੁਕਾਇਟੀਜ਼ ਸੀਗੀਆਂ ਸਾਰੀਆਂ ਹੀ ਸੈਂਸੇਸ਼ਨਲ ਸੀਗੀਆਂ। ਸੋ ਇਹ ਵੈਪਨ ਇਸੇ ਕੰਮ ਵਾਸਤੇ ਯੂਜ਼ ਹੋਣੇ ਸੀ। ਸਾਰੇ ਚੰਗੇ ਸੋਫਿਸਟੀਕੇਟਡ ਵੈਪਨਸ ਆ, ਪਿਸਟਲਸ ਆ, ਸਾਰੇ ਤੁਸੀਂ ਦੇਖ ਸਕਦੇ ਆ। ਸੋ ਉਹ ਫਰਦਰ ਅੱਗੇ ਕਿੱਥੋਂ ਲੈ ਕੇ ਆਏ ਸੀ, ਕਿਵੇਂ ਲੈ ਕੇ ਆਏ ਸੀ, ਫਾਈਨੈਂਸ਼ਲੀ ਕਿੰਨੇ ਇਹਨਾਂ ਦੀ ਹੈਲਪ ਕੀਤੀ, ਉਹ ਸਾਰੀ ਤਫਤੀਸ਼ ਚੱਲਦੀ ਪਈ ਅੱਗੇ। ਇਹਨਾਂ ਦਾ ਜਿਹੜਾ ਮੋਟਿਵ ਆ ਜੀ ਉਹ ਇੰਟਰ ਜਿਹੜੀ ਰੈਵੈਲਰੀ ਹੈ, ਗੈਂਗ ਰੈਵੈਲਰੀ ਹੈ, ਜਿੱਦਾਂ ਇਹ ਸਾਰੇ ਲਾਰੈਂਸ ਬਿਸ਼ਨੋਈ ਦੇ ਐਸੋਸੀਏਟਸ ਨੇ। ਔਰ ਜਿਹੜੇ ਬੰਦੇ ਟਾਰਗੇਟ ਤੇ ਸੀਗੇ ਉਹ ਸਾਰੇ ਬੰਬੀਹਾ ਗੈਂਗ ਦੇ ਬੰਦੇ ਸੀਗੇ, ਜਿਹਦੇ ਵਿੱਚ ਬੰਬੀਹਾ ਪਿੰਦਾ, ਬੰਬੀਹਾ ਗੌਂਡਰ, 2 ਜਿਹੜੇ ਉਹਨਾਂ ਦੇ ਫਰਦਰ ਜਿਹੜੇ ਸਬ ਯੂ ਕੈਨ ਸੇ ਹੈਗੇ ਆ ਗੈਂਗਸ, ਉਹਨਾਂ ਦੇ ਬੰਦਿਆਂ ਨੂੰ ਹੀ ਟਾਰਗੇਟ ਕਰਨਾ ਸੀਗਾ। ਸੋ ਮੇਨ ਇਹਨਾਂ ਦਾ ਰੀਜ਼ਨ ਸੀਗਾ ਜਿਹੜਾ ਉਹ ਇੰਟਰ ਗੈਂਗ ਜਿਹੜਾ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਇਹ ਬਹੁਤ ਜ਼ਿਆਦਾ ਜਿਹੜਾ ਦੇਖਣ ਨੂੰ ਮਿਲ ਰਿਹਾ ਲਾਰੈਂਸ ਬਿਸ਼ਨੋਈ ਗਰੁੱਪ ਦਾ ਹੋਵੇ ਜਾਂ ਦੂਜੇ ਜਿਹੜੇ ਰੰਗਦਾਰੀ ਦਾ ਜਾਂ ਥ੍ਰੈਟ ਕਾਲ, ਇਹ ਕਾਫੀ ਵਧੀ ਹੈ। ਹਾਲਾਂਕਿ ਡੀ ਸਾਹਿਬ ਵੱਲੋਂ ਵੀ ਜਿਹੜਾ ਬਿਆਨ ਦਿੱਤਾ ਹੈ ਕਿ ਅਸੀਂ ਗੈਂਗਸਟਰ ਤੇ ਡਰੱਗਸ ਨੂੰ ਲੈ ਕੇ ਕੰਮ ਕਰ ਰਹੇ ਹਾਂ ਤੇ ਜ਼ਿਆਦਾ ਜਿਹੜਾ ਹੈਗਾ ਅੱਗੇ ਆਉਣ ਵਾਲੇ ਸਮੇਂ 'ਚ ਇਹਨੂੰ ਕਰਤਾ ਹੈ। ਦੇਖੋ ਪੁਲਿਸ ਦਾ ਜਿਹੜਾ ਫੋਕਸ ਆ ਨਾ ਜੀ ਸਾਰੇ ਦਾ ਸਾਰਾ ਡਰੱਗਸ ਤੇ ਗੈਂਗਸਟਰਸ ਤੇ ਆ। ਹੁਣ ਇਹ ਜਿਹੜੀਆਂ ਅਚੀਵਮੈਂਟਸ ਹੋ ਰਹੀਆਂ ਨੇ ਇਹ ਪ੍ਰੋਐਕਟਿਵ ਪੁਲਿਸਿੰਗ ਦਾ ਕਰਕੇ ਆ, ਕਿਉਂਕਿ ਸਾਰੇ ਜਿੱਦਾਂ ਹੁਣ ਐਸਐਸਪੀ ਰੂਰਲ ਨੇ ਕੀਤਾ, ਬਾਕੀ ਜ਼ਿਲ੍ਹਿਆਂ 'ਚ ਵੀ ਕੀਤਾ। ਅੱਜ ਕੁਝ ਰਿਕਵਰੀਜ਼ ਜਿਹੜੀਆਂ ਨੇ ਫਤਿਹਗੜ੍ਹ ਸਾਹਿਬ ਮੋਹਾਲੀ ਦੇ ਏਰੀਆ ਦੇ ਵਿੱਚ ਵੀ ਹੋਈਆਂ ਹੈ। ਸੋ ਟੋਟਲ ਫੋਕਸ ਜਿਹੜਾ ਪੰਜਾਬ ਪੁਲਿਸ ਦਾ ਪੂਰੇ ਦਾ ਪੂਰਾ ਉਹ ਡਰੱਗਸ ਤੇ ਆ, ਪੂਰੇ ਦਾ ਪੂਰਾ ਗੈਂਗਸਟਰਸ ਤੇ ਆ। ਸੀਐਮ ਸਾਹਿਬ ਵੱਲੋਂ ਸਖਤ ਨਿਰਦੇਸ਼ ਆ ਪੰਜਾਬ ਪੁਲਿਸ ਨੂੰ ਕਿ ਪੰਜਾਬ ਦੇ ਵਿੱਚ ਉਹ ਡਰੱਗਸ ਤੇ ਗੈਂਗਸਟਰਸ ਨੂੰ ਖਤਮ ਕਰਨਾ ਹੈ। ਜਿਹੜੇ ਬੜੇ ਛੋਟੇ ਨੇ ਅਲੱਗ-ਅਲੱਗ ਕ੍ਰਿਮੀਨਲਸ ਗੈਂਗ ਨਾਲ ਕੋਈ ਨਾ ਕੇਸ ਹੈਗੇ ਨੇ, ਇਹ ਵੀ ਤਾਂ ਪੁਲਿਸ ਦੇਖਦੀ ਹੋਏਗੀ ਵੀ ਘੱਟੋ ਘੱਟ ਜਿਹੜਾ ਬਣਿਆ ਕਿੱਦਾਂ ਬਣਿਆ, ਘੱਟੋ ਘੱਟ ਇਹ ਤਾਂ ਹੈ। ਦੇਖੋ ਇਹਦੇ ਚ ਕਈ ਤਰ੍ਹਾਂ ਦੇ ਹੁੰਦੇ ਆ ਜੀ। ਇੱਕ ਤਾਂ ਹਾਰਡਕੋਰ ਕ੍ਰਿਮੀਨਲਸ ਆ ਜਿਨ੍ਹਾਂ ਦੇ ਅਗੇਂਸਟ ਕੇਸਿਸ ਰਜਿਸਟਰਡ ਆ, ਬਹੁਤ ਸਾਰੇ ਉਹਨਾਂ ਦੇ ਐਸੋਸੀਏਟਸ ਆ, ਉਹ ਸਾਰੇ ਹੀ ਸਰਵੇਲੈਂਸ ਤੇ ਆ। ਅਸੀਂ ਇੱਕ ਯੂ ਕੈਨ ਸੇ ਕੋਈ ਐਸਾ ਪਹਿਲੂ ਨਹੀਂ ਜਿਹਨੂੰ ਛੱਡ ਰਹੇ ਆ, ਇੱਕ ਚੀਜ਼ ਖੰਗਾਲ ਰਹੇ ਆ, ਹਰ ਟੈਕਨੀਕ ਦੇ ਨਾਲ ਖੰਗਾਲ ਰਹੇ ਆ ਹਰ ਚੀਜ਼। ਸੋ ਜਿਹੜੀ ਜੜ ਆ ਇਹਦੀ, ਇਸ ਪੂਰੀ ਮੁਸੀਬਤ ਦੀ ਜਿਹੜੀ ਜੜ ਆ, ਉਹ ਜੜ ਨੂੰ ਫੜਨ ਵਾਸਤੇ ਲੱਗੇ ਹੋਏ ਆ ਅਸੀਂ ਸਾਰੇ। ਉੱਥੋਂ ਹੀ ਇਹ ਸਾਰੀਆਂ ਅਚੀਵਮੈਂਟਸ ਆ ਰਹੀਆਂ। ਇੱਕ ਬੰਦੇ ਤੋਂ 2 ਬੰਦਿਆਂ ਦਾ ਪਤਾ ਲੱਗਦਾ, ਅੱਗੇ ਪਤਾ ਲੱਗਦਾ। ਜਿੱਥੇ ਤੱਕ ਤੁਸੀਂ ਕਹਿ ਰਹੇ ਆ ਕਈ ਬੱਚੇ ਆ ਜਾਂ ਘੱਟ ਉਮਰ ਦੇ ਆ, ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹੋ। ਜਿੱਥੇ ਵੀ ਕੋਈ ਕ੍ਰਾਈਮ ਦੇ ਨਾਲ ਐਸੋਸੀਏਟਡ ਮਿਲੇਗਾ ਉਹਨੂੰ ਨਹੀਂ ਬਖਸ਼ਿਆ ਜਾਏਗਾ ਬਿਲਕੁਲ ਵੀ। ਜਿਹੜੀ ਫੋਰਨ ਮੇਡਡ ਗਨਸ ਹੈ ਕਿ ਇਹਦਾ ਮਾਪੂਰ ਦੇ ਪਾਕਿਸਤਾਨ ਦਾ ਬਣੀ ਕਿਉਂਕਿ ਉਹ ਸਾਰਾ ਚੈੱਕ ਕਰ ਰਹੇ ਜੀ ਅਜੇ। ਰਹਿਣ ਵਾਲੇ ਇਹ ਬੜਾ ਜਲਦੀ ਹੋਊਗਾ ਕੁਝ ਵੀ ਕਹਿਣਾ, ਉਹ ਸਾਰੀ ਚੈੱਕ ਕਰ ਰਹੇ ਆ ਹੁਣ, ਕਿਉਂਕਿ ਜਦੋਂ ਆਪਾਂ ਨੂੰ ਅਸਲੀ ਇਹਦਾ ਸੋਰਸ ਪਤਾ ਲੱਗੇਗਾ ਉਦੋਂ ਬਾਕੀ ਚੀਜ਼ਾਂ ਜਿਹੜੀਆਂ ਨੇ ਅੱਗੇ ਫਰਦਰ ਪਤਾ ਸਰ ਲੱਗੇਗਾ। ਸਰਕਾਰ ਚੇਂਜ ਹੋਈ ਆ, ਪੁਲਿਸ ਉਹੀ ਕੰਮ ਕਰ ਰਹੀ ਆ। ਕੀ ਜਿਹੜਾ ਹੈਗਾ ਪੁਲਿਸ ਨੇ ਪਹਿਲਾਂ ਕੰਟਰੋਲ ਕਿਉਂ ਨਹੀਂ ਕੀਤਾ, ਇੰਨਾ ਕਿਉਂ ਵੱਧ ਗਿਆ, ਕਿਉਂ ਗੈਂਗਸਟਰਵਾਦ ਡਰੱਗ, ਇਹਦੇ ਪਿੱਛੇ ਵੀ ਤੁਸੀਂ ਜਾਂਚ ਕਰ ਰਹੇ ਹੋ ਪਿਛਲੇ ਸਮੇਂ ਦੌਰਾਨ ਪੁਲਿਸ ਨੇ ਇਹ ਕਿਉਂ ਨਹੀਂ ਕੀਤਾ ਜਾਂ ਪ੍ਰੈਸ਼ਰ ਸੀ ਕਿਸੇ ਦਾ? ਦੇਖੋ ਪੁਲਿਸ ਦਾ ਕੰਮ ਹੁੰਦਾ ਮਿਹਨਤ ਕਰਨੀ ਜੀ, ਉਹ ਮਿਹਨਤ ਕਰਦੇ ਪਏ ਆ ਔਰ ਮਿਹਨਤ ਦਿਖਦੀ ਪਈ ਆ। ਸੋ ਪਿਛਲੀ ਵਾਰੀ ਆਪਾਂ ਮੰਡੇ ਨੂੰ ਮਿਲੇ ਸੀ, ਆਪਾਂ ਡਰੱਗਸ ਤੇ ਪੂਰਾ ਹਫਤਾ ਕਿੰਨਾ ਕੰਮ ਕੀਤਾ, ਅੱਗੇ ਵੀ ਕੰਮ ਕਰ ਰਹੇ ਆ। ਸੋ ਸਾਰੇ ਲੱਗੇ ਹੋਏ ਆ, ਮਿਹਨਤ ਕੀਤੀ ਜਾ ਰਹੀ ਹੈ। ਪਹਿਲਾਂ ਕਿਉਂ ਨਹੀਂ ਕੀਤਾ ਜੀ ਜਦੋਂ ਨਹੀਂ, ਪਿਛਲੇ ਸਰਕਾਰ? ਮੈਂ ਕੋਈ ਟਿੱਪਣੀ ਨਹੀਂ ਕਰਦਾ, ਮੈਂ ਕਹਿ ਰਿਹਾ ਸਾਡਾ ਕੰਮ ਆ ਮਿਹਨਤ ਕਰਨਾ ਔਰ ਮਿਹਨਤ ਕਰ ਰਹੇ ਆ ਜੀ ਆਪਾਂ। ਪਰ ਇੱਕ ਨਾ ਡਰੱਗਸ ਨੂੰ ਲੈ ਕੇ ਆ ਰਿਹਾ, ਕਿਉਂਕਿ ਇਹਨਾਂ ਦਾ ਇਕੱਲਾ ਇੱਕ ਕੰਮ ਨਹੀਂ ਹੋਏਗਾ, ਕਿਉਂਕਿ ਜਿਹੜੀ ਡਰੱਗਸ ਕੀ ਆ ਉਹ ਵੀ ਪਾਕਿਸਤਾਨ ਤੋਂ, ਜਿਵੇਂ ਨਵਾਂ ਗੱਲ ਆਈ ਸੀ ਲਾਸਟ ਟਾਈਮ JNK ਤੋਂ ਆ ਰਹੀ ਹੈ, ਫਿਰ ਨਵਾਂ ਜੋ ਗੁਜਰਾਤ ਵਾਲਾ ਆ ਗਿਆ। ਇਹ ਘੱਟੋ ਘੱਟ ਜਿਹੜੀ ਲੋਕਲ ਇਹ ਲੋਕ ਤਾਂ ਇਕੱਲਾ ਇੱਕ ਕ੍ਰਾਈਮ ਤੋਂ ਨਹੀਂ ਕਰਦੇ ਹੋਣਗੇ, ਇਹ ਡਰੱਗਸ ਨੂੰ ਲੈ ਕੇ ਖਾਸ ਤੌਰ ਤੇ ਇੱਕ ਮਾਝਾ ਤੇ ਦੁਆਬਾ ਉਹਨੂੰ ਆਪਾਂ ਕਿਵੇਂ ਕਰਾਂਗੇ, ਕਿਉਂਕਿ ਖਾਸ ਤੌਰ ਤੇ ਬਾਰਡਰ ਨਹੀਂ ਦੇਖੋ ਇਹ ਚੀਜ਼ਾਂ ਇੰਟਰ ਰਿਲੇਟਡ ਹੁੰਦੀਆਂ ਹੈ ਔਰ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਤਫਤੀਸ਼ ਦੇ ਦੌਰਾਨ ਵੀ ਪਲੱਸ ਆਪਣੇ ਹਰ ਸੋਰਸਿਸ ਤੋਂ ਵੀ ਚੈੱਕ ਕਰਦੇ ਆ। ਇਹ ਠੀਕ ਕਹਿ ਰਹੇ ਹੋ ਤੁਸੀਂ, ਅੱਗੇ ਵੀ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਇਨਸੀਡੈਂਟਸ ਆਏ ਆ ਜਿੱਥੇ ਕੋਈ ਗੈਂਗਸਟਰ ਵੀ ਸੀ, ਕੋਈ ਟੈਰਰਿਸਟ ਵੀ ਸੀਗਾ ਔਰ ਡਰੱਗਸ ਨਾਲ ਵੀ ਰਿਲੇਟਡ ਸੀਗਾ। ਸੋ ਉਹ ਸਾਰੀਆਂ ਚੀਜ਼ਾਂ ਫੋਕਸ ਤੇ ਆ। ਦੇਖੋ ਮੇਨ ਆਪਣਾ ਜਿਹੜਾ ਸਾਰਿਆਂ ਦਾ ਐਫਰਟ ਕੀ ਆ ਕਿ ਡਰੱਗਸ ਨੂੰ ਖਤਮ ਕਰਨਾ ਹੈ, ਗੈਂਗਸਟਰਸ ਨੂੰ ਖਤਮ ਕਰਨਾ ਹੈ ਔਰ ਇੰਟਰ ਕਨੈਕਸ਼ਨ ਨੂੰ ਤਾਂ ਰੂਲ ਆਊਟ ਕਰ ਹੀ ਨਹੀਂ ਸਕਦੇ। ਇੰਟਰ ਕਨੈਕਟਡ ਤਾਂ ਪੋਸਿਬਿਲਿਟੀ ਹੈ ਹੀ ਹੈ ਕਿ ਇਹ ਚੀਜ਼ਾਂ ਇੰਟਰ ਕਨੈਕਟਡ ਹੋਣ। ਗੱਲ ਇਹ ਹੋ ਰਹੀ ਅਸਲ 'ਚ ਸੋਸ਼ਲ ਮੀਡੀਆ ਦੇ ਉੱਪਰ ਬਾਕੀ ਵੀ ਹੈ, ਕਿਤੇ ਨਾ ਕਿਤੇ ਚਲੋ ਮਜਬੂਰੀ ਹੈ ਖਬਰ ਦੇਣਾ ਕਿ ਇਹ ਲੋਰੈਂਸ ਆਣਾ ਕਿ ਉਹ ਕੋਈ ਥੱਪੜ ਹੀ ਮਾਰਿਆ ਕਦੀ ਬੰਦੇ ਨੇ, ਉਸਨੇ ਆ ਕੇ ਕਦੀ ਨਾ ਵੱਡਾ ਕੁਝ ਨਹੀਂ ਕੀਤਾ ਕ੍ਰਾਈਮ, ਲੇਕਿਨ ਇਹ ਚੀਜ਼ਾਂ ਵੱਧ ਰਹੀਆਂ ਨੇ ਤਾਂ ਬੇਸਿਕਲੀ ਪੰਜਾਬ ਦੀ ਬਹੁਤ ਵੱਡਾ ਜੋ ਚੈਲੰਜ ਹੈਗਾ ਉਹਦੇ ਵਾਸਤੇ ਕਿ ਜਿਹੜੀ ਇਨਸਾਈਡ ਜਾਂ ਆਊਟਸਾਈਡ ਜਿਹੜੀ ਹੈ ਪੁਲਿਸ ਕਿਆ ਸਿਵਲ ਪ੍ਰਸ਼ਾਸਨ ਕੀ ਕਰ ਰਿਹਾ ਹੈ, ਕਿਉਂਕਿ ਉਹ ਯੂਥ ਨੂੰ ਕੰਟਰੋਲ ਕਰਨਾ ਦੇਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਵੀ ਕਿਸੇ ਬੱਚੇ ਹੋਣਗੇ ਨਾ ਕਿੱਦਾਂ ਆਏ ਪੁਰਾਣੇ ਹੋਣਗੇ ਜਾਂ ਇਹ ਤਾਂ ਹਾਰਡਕੋਰ ਹੋਣਗੇ ਤੇ ਨਵੇਂ ਕਿੱਦਾਂ ਹੋਣਗੇ ਨਾ, ਇਹਨੂੰ ਤੁਸੀਂ ਕਿਵੇਂ ਕੰਟਰੋਲ ਕਰੋਗੇ? ਨਹੀਂ ਸਾਰੇ ਪਹਿਲੂ ਬਿਲਕੁਲ ਠੀਕ ਹੈ ਸੁਖਬੀਰ ਜੀ, ਸਾਰੇ ਪਹਿਲੂ ਆਪਾਂ ਦੇਖ ਰਹੇ ਹਾਂ ਜਿਹੜੇ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਹੈ। ਗਿਲ ਸਾਹਿਬ Pakistan has weapon recovery. Any
ਪਾਕਿਸਤਾਨ ਐਂਗਲ ਕ੍ਰਾਸ ਬਾਰਡਰ ਐਕਟ ਸੋ ਫਾਰ ਅਜੇ ਨਹੀਂ ਹੈ, ਪਰ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ, ਕੋਈ ਵੀ ਫਰਦਰ ਜਿਹੜੀ ਕੋਈ ਗੱਲ ਸਾਹਮਣੇ ਆਏਗੀ ਉਹ ਦੁਬਾਰਾ ਆਪਾਂ ਮੰਡੇ ਮਿਲਣਾ ਹੀ ਹੈ, ਉਦੋਂ ਆਪਾਂ ਫਿਰ ਕਲੈਰੀਫਾਈ ਕਰ ਸਕਦੇ ਗਿੱਲ ਸਾਹਿਬ, ਤੁਸੀਂ ਜਿਹੜਾ ਡਰੱਗਸ ਵਾਲਾ ਇਸ਼ੂ ਦੱਸਿਆ ਕਿ ਪੁਲਿਸ ਕੰਮ ਕਰ ਰਹੀ ਹੈ, ਮਿਹਨਤ ਕਰ ਰਹੀ ਹੈ, ਰਮਨ ਸਰ, ਕੀ ਕੋਈ ਇਨਸਟਰਕਸ਼ਨਸ ਹੈ ਲੋਕਲ ਪੁਲਿਸ ਨੂੰ ਕਿ ਲੋਕਲ ਜਿਹੜੇ ਪੋਲੀਟੀਸ਼ੀਅਨਸ ਨੇ, ਐਮਐਲਏਸ ਨੇ, ਉਹਨਾਂ ਨੂੰ ਕਾਰਡਨ ਆਫ ਆਪਰੇਸ਼ਨ ਦੇ ਦੌਰਾਨ ਆਪਣੇ ਨਾਲ ਰੱਖਣਾ ਹੈ? ਨਹੀਂ, ਮੈਨੂੰ ਇਹਦੇ ਬਾਰੇ ਆਈਡੀਆ ਨਹੀਂ। ਅਸੀਂ ਤਾਂ ਲਾਅ ਦੇ ਮੁਤਾਬਕ ਜਿਹੜਾ ਹੈ, ਮੇਰਾ ਡੋਮੇਨ ਜਿਹੜਾ ਦੈਟ ਇਜ਼ ਟੂ ਕਲੈਕਟ ਕੇ ਵੀ ਕੀ ਕਰਨਾ ਚਾਹੀਦਾ, ਆਪਾਂ ਨੂੰ ਕਿਵੇਂ ਕਰਨਾ ਚਾਹੀਦਾ, ਉਸ ਚੀਜ਼ ਤੇ ਫੋਕਸ ਕਰਨਾ ਹੈ। ਸੋ ਲਾਅ ਦੇ ਮੁਤਾਬਕ ਹੀ ਕੰਮ ਕਰਨਾ ਹੈ, ਉਹੀ ਸਾਡਾ ਐਂਡੇਵਰ ਆ, ਉਹੀ ਸਾਡੀ instructions. This question is related to Ludhiana incident where ACP Jyoti Yadav was faced local MLA. ਅੱਛਾ, ਉਹ ਮੈਂ ਤੁਹਾਨੂੰ ਚੈੱਕ ਕਰਕੇ ਦੱਸ ਸਕਦਾ। She was openly asking that why you have not informed the MLA while conducting the search. ਉਹ ਮੈਨੂੰ ਆਈਡੀਆ ਨਹੀਂ ਜੀ, ਉਹ ਮੈਂ ਸੀਪੀ ਲੁਧਿਆਣਾ ਨਾਲ ਗੱਲ ਕਰਕੇ ਤੁਹਾਨੂੰ ਕਨਵੇ ਕਰ ਦਿਆਂਗੇ ਜੋ ਵੀ ਪਤਾ ਲੱਗੇ। But my question is it mandatory to inform the local MLA while conducting the searches for drugs and gangsters? ਨਹੀਂ, ਐਸੀ ਕੋਈ ਨਹੀਂ ਹੈ। ਦੇਖੋ, ਇਹ ਤਾਂ ਇਹ ਜੇ ਕੋਈ ਇਨਸਟਰਕਸ਼ਨ ਸਾਡੇ ਵੱਲੋਂ ਤਾਂ ਹੈ ਨਹੀਂ ਹੈ ਜੀ। ਉਹ ਤਾਂ ਲੋਕਲ ਪੁਲਿਸ ਜਿਹੜੀ ਹੈ, ਉਹ ਕਈ ਦੇਖੋ ਰਿਪਰੈਜ਼ੈਂਟੇਟਿਵਸ ਨੂੰ ਕਈ ਵਾਰੀ ਆਪਾਂ ਮੀਟਿੰਗਸ ਵੀ ਬੁਲਾਉਂਦੇ ਆ, ਅਵੇਅਰਨੈਸ ਕੈਂਪੇਨਸ ਦੇ ਵਿੱਚ ਵੀ ਲੈ ਕੇ ਜਾਂਦੇ ਆ, ਬਟ ਉਹ ਓਨਲੀ ਲੋਕਲ ਪੁਲਿਸ ਜਿਹੜੀ ਉਹੀ ਦੱਸ ਸਕਦੀ ਹੈ। ਕੋਈ ਸਪੈਸੀਫਿਕ ਕਦੇ ਮੈਂ ਕਿਹਾ ਸੀ ਕੋਈ ਕੁਐਰੀ ਹੋਵੇ ਨਾ। ਕੱਲ੍ਹ ਦੇ incident ਦਾ ਸਰ ਇੰਪ੍ਰੈਸ਼ਨ ਇਹ ਕਿ ਹੈ ਕਿ ਪੁਲਿਸ ਜਿਹੜੀ ਉਹ ਪੋਲੀਟੀਸ਼ੀਅਨਸ ਦੇ ਪ੍ਰੈਸ਼ਰ 'ਚ ਕੰਮ ਕਰ ਰਹੀ ਹੈ, ਉਹਨਾਂ ਨੂੰ ਨਾਲ ਲੈ ਕੇ ਜਾਣਾ ਉਹਨਾਂ ਲਈ ਜ਼ਰੂਰੀ ਹੈ। ਨਹੀਂ, ਉਹ ਚੈੱਕ ਕਰਕੇ ਤੁਹਾਨੂੰ ਦੱਸ ਦਿਆਂਗੇ ਜੀ, ਚੈੱਕ ਕਰਕੇ ਦੱਸ ਦਿਆਂਗੇ। ਸਰ, ਇਹ ਗੱਲਾਂ ਵਿਗਨ ਨਹੀਂ ਪੈਦਾ ਕਰਦੀਆਂ? ਤੁਸੀਂ ਜਿਵੇਂ ਕਿਹਾ ਕਿ ਪੁਲਿਸ ਦਾ ਕੰਮ ਹੈ, ਉਹ ਮਿਹਨਤ ਕਰਦੀ ਪਈ ਹੈ ਡਰੱਗਸ ਨੂੰ ਲੈ ਕੇ, ਵਿਗਨ ਨਹੀਂ ਪੈਦਾ ਕਰਦੀਆਂ ਇਹੋ ਜਿਹੀਆਂ ਚੀਜ਼ਾਂ? ਟਕਰਾਅ ਦੀ ਸਥਿਤੀ ਜਦੋਂ ਕੋਈ ਐਮਐਲਏ ਉੱਥੇ ਆ ਜਾਵੇ, ਉਹ ਮੌਕਰੀ ਹੁੰਦੀ ਹੈ। ਦੇਖੋ, ਇੱਕ ਇਨਸੀਡੈਂਟ ਦੇ ਬਾਰੇ ਦੇ ਵਿੱਚ ਮੈਨੂੰ ਸਪੈਸੀਫਿਕ ਇਨਸੀਡੈਂਟ ਦੇ ਬਾਰੇ ਦੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਹੈਗੀ। ਕਈ ਵਾਰੀ ਥੋੜਾ ਜਿਹਾ ਪਾਰਟ ਹਾਈਲਾਈਟਡ ਹੁੰਦਾ ਹੈ, ਵੀ ਵਿਲ ਓਨਲੀ ਚੈੱਕ ਫਰੋਮ ਦੀ ਲੋਕਲ ਪੁਲਿਸ ਕਿ ਕੀ ਹੈਗਾ, ਫਿਰ ਹੀ ਕਨਵੇ ਕੀਤਾ ਜਾ ਸਕਦਾ ਉਹਦੇ ਵਿੱਚ। ਤੁਹਾਡਾ ਕੋਈ ਹੋਰ ਇਸ ਇਸ਼ੂ ਰਿਲੇਟਡ ਹੋਵੇ ਤਾਂ ਸਵਪਨ ਜੀ ਨੂੰ ਮੈਂ ਕਹੂੰਗਾ, ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਜੀ ਸਵਾਲ। ਸੋਭਨ ਜੀ, ਕੁਝ ਦੇਰ ਪਹਿਲਾਂ ਜਲੰਧਰ ਦੇ ਐਡਵੋਕੇਟ ਨੇ, ਉਹਨਾਂ ਦੀ ਕਾਲ ਆਈ ਹੈ ਔਰ ਉਹਨਾਂ ਨੇ ਕਿਹਾ, ਕਹਿੰਦੇ ਕਿ ਮੈਂ ਕੰਪਲੇਂਟ ਦਰਜ ਕਰਵਾਈ ਹੈ, ਹਾਲਾਂਕਿ ਤੁਸੀਂ ਸ਼ੂਟਰਸ ਫੜੇ ਆ, ਲੇਕਿਨ ਜੋ ਗੈਂਗਸਟਰ, ਉਹਨਾਂ ਦਾ ਦਾਅਵਾ ਕਿ ਉਹਨਾਂ ਨੂੰ ਕਾਲ ਕਰਕੇ ਅਨਮੋਲ ਬਿਸ਼ਨੋਈ ਦਾ ਨਾਮ ਲੈਂਦੇ ਪਏ ਆ, ਲਾਰੈਂਸ ਬਿਸ਼ਨੋਈ ਦਾ ਭਰਾ, ਉਹਨੇ ਥ੍ਰੈਟ ਕਾਲ ਕੀਤੀ ਉਹਨਾਂ ਨੂੰ, ਉਹਨਾਂ ਨੇ ਕੰਪਲੇਂਟ ਵੀ ਦਰਜ ਕਰਵਾਈ ਹੈ। ਇਹ ਕਾਲਸ ਲਗਾਤਾਰ ਚੱਲ ਰਹੀਆਂ। ਜਲੰਧਰ ਸਿਟੀ ਦਾ ਹੋਣਾ ਜੀ, ਮੇਰਾ ਜਲੰਧਰ ਰੂਰਲ ਹੈ। ਕੋਈ ਜ਼ਿੰਮੇਵਾਰੀ ਤਾਂ ਆਪਣੇ ਉੱਪਰ ਪੰਜਾਬ ਦੀ ਹੈ। ਦੇਖੋ, ਕਾਲਸ ਜਿਹੜੀਆਂ ਕਿਹੜੀ ਤੁਸੀਂ ਕੀ ਸੀਗਾ ਤੁਹਾਡਾ ਕੁਐਰੀ ਕੀ ਸੀ ਸਪੈਸੀਫਿਕਲੀ? ਉਹ ਕਾਲਸ ਦੇ ਵਿੱਚ ਨਾ ਜੀ ਸਾਰਾ ਕਰ ਰਹੇ, ਬਸ ਉਹਦੇ ਵਿੱਚ ਬਹੁਤ ਸਾਰੀਆਂ ਫੇਕ ਕਾਲਸ ਵੀ ਨੇ। ਉਹ ਸਾਡਾ ਸਾਈਬਰ ਕ੍ਰਾਈਮ ਵੀ ਕੰਮ ਕਰ ਰਿਹਾ, ਲੋਕਲ ਪੁਲਿਸ ਵੀ ਕਰ ਰਹੀ ਹੈ, ਔਰ ਉਸ ਤੇ ਲੱਗੇ ਹੋਏ ਆ ਅਸੀਂ ਪੂਰੀ ਤਰ੍ਹਾਂ। ਉਹ 'ਚ ਆਥੈਂਟਿਕ ਕਾਲਸ ਬਹੁਤ ਘੱਟ ਨੇ, ਫੇਕ ਕਾਲਸ ਬਹੁਤ ਜ਼ਿਆਦਾ ਆ ਰਹੀਆਂ ਉਹਦੇ ਵਿੱਚ। ਸਰ, ਉਹਦੇ ਵਾਸਤੇ ਕੀ ਕਰ ਰਹੀ ਆਈਟੀ ਵਿੰਗ ਪੁਲਿਸ ਦੀ? ਕਿਉਂਕਿ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਲਗਾਤਾਰ ਮੈਂ ਲਾਰੈਂਸ ਬਿਸ਼ਨੋਈ ਦਾ ਗੁਰਗਾ ਬੋਲ ਰਿਹਾ, ਮੈਨੂੰ ਇੰਨੇ ਪੈਸੇ ਦਿਓ, ਜਿਹੜੇ ਬਿਜ਼ਨਸਮੈਨ ਨੇ ਉਹਦੇ 'ਚ ਫੜੇ ਵੀ ਜਾਂਦੇ ਆ ਜੀ। ਜਿੱਦਾਂ ਲੁਧਿਆਣੇ ਪਿੱਛੇ ਇਹ ਫੜੇ ਗਏ ਸੀ, ਉਹ ਵੀ ਫੇਕ ਨਿਕਲੇ ਸੀਗੇ। ਫਰੀਦਕੋਟ ਦੇ ਵਿੱਚ ਫੜੇ ਗਏ ਸੀਗੇ, ਉਹ ਵੀ ਫੇਕ ਨਿਕਲੇ ਸੀਗੇ। ਸੋ ਉਹਦੇ 'ਚ ਜਿਹੜੀ ਕਾਲ ਆਉਂਦੀ ਆ, ਉਹ ਨੰਬਰ ਨੂੰ ਆਪਾਂ ਲੈ ਕੇ ਨੰਬਰ ਦੀ ਤਹਿ ਤੱਕ ਜਾ ਕੇ ਆਇਡੈਂਟੀਫਾਈ ਕਰਦੇ ਆ, ਔਰ ਬਹੁਤ ਸਾਰੀਆਂ ਕਾਲਸ ਨੇ ਜਿਹਦੇ 'ਚ ਤੁਸੀਂ ਪਿੱਛੇ ਦੇਖਿਆ ਹੋਣਾ, ਕਾਫੀ ਕੇਸਿਸ ਇਹੋ ਜਿਹੇ ਆਏ ਜਿਹ 'ਚ ਫੇਕ ਕਾਲਸ ਹੀ ਆਈਆਂ ਨੇ ਉਹਦੇ ਵਿੱਚ। ਪਰ ਇਨੀਸ਼ੀਅਲ ਸਟੇਜ ਤੇ ਚੱਲਿਆ ਜਾਂਦਾ ਕਿ ਕਿਤੇ ਠੀਕ ਤਾਂ ਨਹੀਂ ਆ, ਜਦੋਂ ਤੱਕ ਐਸਟੈਬਲਿਸ਼ ਨਾ ਹੋ ਪਾਵੇ ਕਿ ਇਹ ਫੇਕ ਕਾਲ ਆ। ਲੋਕ ਦੱਸਦੇ ਨਹੀਂ ਜੀ ਉਹਨਾਂ ਨੂੰ ਵੀ ਇਹ ਦੱਸਣਾ ਚਾਹੀਦਾ ਹੈ ਜੀ। ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਦੀ ਕਾਲ ਆਉਂਦੀ ਦੱਸੋ, ਜੇ ਪਬਲਿਕ ਦੱਸੇਗੀ ਤਾਂ ਹੀ ਬੰਦੇ ਫੜੇ ਜਾਣਗੇ। ਔਰ ਮੈਜੋਰਿਟੀ ਕੇਸਿਸ ਦੇ ਵਿੱਚ ਜੋ ਹੁਣ ਤੱਕ ਦਾ ਐਕਸਪੀਰੀਅੰਸ ਹੈ, ਫੇਕ ਕਾਲਸ ਹੀ ਆ ਰਹੀਆਂ ਜ਼ਿਆਦਾ ਕੇਸਿਸ ਦੇ ਵਿੱਚ। ਚਲਾ ਜਾਏਗਾ नेशनल थोड़ा हिंदी में करते। अच्छा, ये जलंधर रूरल पुलिस और डीआईजी जो जलंधर रेंज है, उनकी सुपरविजन में एक 13 लोगों का एक गैंग पकड़ा हमने, जिसमें 9 शूटर्स हैं और 4 लोग हैं जो वेपन सप्लायर्स हैं। जो प्रिलिमिनरी इन्वेस्टिगेशन में अभी तक आया कि 5 मर्डर केसेस और 7 डिकॉयटीज जो थी वो प्लान थी इनकी तरफ से, जिसको प्रिवेंट किया गया है। और ये टोटल जो ऑपरेशन है 2 वीक्स का ऑपरेशन है, जिसमें पूरा जो जलंधर रूरल की टीम है उन्होंने बहुत मेहनत से बहुत इफेक्टिवली काम किया है, जिससे ये जो सेंसेशनल क्राइम्स थे ये प्रिवेंट करने में पुलिस कामयाब हुई है। और इसमें 13 जो हैं वो पिस्टल्स हमने पकड़े, जिसमें से 2 फॉरेन मेड हैं और 11 जो पिस्टल्स हैं वो इंडियन मेड हैं। और फर्दर इन्वेस्टिगेशन अभी इसमें चल रही है कि इनके फाइनेंसिस कौन इनको करता था सप्लाई, और वेपन्स कहाँ से लेके आए, किसने इनको हार्बर किया, कहाँ पे ये लोग ठहरे हुए थे। ये सारी इन्वेस्टिगेशन का पार्ट है जो पंजाब पुलिस और जलंधर पुलिस जो है इसमें लगी हुई है। इनके जो, जैसे मैंने कहा, 5 मर्डर के टारगेट्स थे
और 7 डिकॉइटी के टारगेट्स के, उनके हम सिक्योरिटी पॉइंट ऑफ व्यू से हम डिस्क्लोज नहीं कर सकते हैं, बट जो भी क्राइम इन्होंने प्लान किया था सारे सेंसेशनल केसेस थे। ਸਰ ਜਿਹੜੇ ਸਰ, ਜਿਹੜਾ- ਕਹਿ ਰਹੇ ਆ ਕਿ 5 ਇਹਨਾਂ ਨੇ ਮਰਡਰ ਕਬੂਲ ਕੀਤੇ ਆ, ਉਹ ਕਿਹੜੇ ਕਿਹੜੇ ਲੋਕਾਂ ਨੇ ਕੀਤੇ ਆ? ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ, ਪਲਾਨਡ ਮਰਡਰ ਸੀਗੇ ਜਿਹੜੇ ਇਹਨਾਂ ਨੇ ਕਰਨੇ ਸੀਗੇ, ਡਰੇਕੀ ਕਰ ਚੁੱਕੇ ਸੀਗੇ, ਬਟ ਉਹ ਸਪੈਸੀਫਿਕ ਆਪਾਂ ਨਹੀਂ ਦੱਸ ਸਕਦੇ ਬਿਕੋਜ਼ ਸਿਕਿਉਰਿਟੀ ਇਸ਼ੂ ਆ, ਬਟ ਸਾਰੇ ਦੇ ਸਾਰੇ ਇਸ ਤਰ੍ਹਾਂ ਦੇ ਸੀਗੇ ਕਿ ਜੇ ਖੁਦਾ ਨਾ ਖਾਸਤਾ ਜੇ ਹੁੰਦਾ ਤਾਂ ਉਹ ਇੱਕ ਸੈਂਸੇਸ਼ਨਲ ਕ੍ਰਾਈਮ ਹੋਣਾ ਸੀ। ਰਾਈਵਲ ਗੈਂਗਸ ਦੇ ਮੈਂਬਰਸ ਵੀ ਸੀਗੇ। ਮੈਂਬਰ ਰਾਈਵਲ ਗੈਂਗਸ ਦੇ ਸੀਗੇ, ਉਹਦੇ ਵਿੱਚ ਕੁਝ ਰਾਈਵਲ ਗੈਂਗ ਦੇ ਐਸੋਸੀਏਟਸ ਵੀ ਸੀਗੇ, ਜਿਹੜੇ ਆਪ ਕ੍ਰਿਮੀਨਲ ਭਾਵੇਂ ਨਾ ਹੋਣ ਬਟ ਐਸੋਸੀਏਟ अगर ये ਸੀਗੇ। ना पकड़े जाते तो गैंग वार होने का था आपको लगता है? ਮੈਂ ਉਹੀ ਕਹਿ ਰਿਹਾ ਜੀ, ਜੇ ਉਹ ਕ੍ਰਾਈਮ ਜਿਹੜਾ ਇਹਨਾਂ ਤੋਂ ਪ੍ਰੀਵੈਂਟ ਕੀਤਾ ਹੈ ਇਹਨਾਂ ਨੇ, ਉਹ ਕ੍ਰਾਈਮ ਜੇ ਕਰਦੇ ਤਾਂ ਉਹ ਸੈਂਸੇਸ਼ਨਲ ਕ੍ਰਾਈਮ ਹੁੰਦਾ, ਔਰ ਇੱਕ ਕ੍ਰਾਈਮ ਇਦਾਂ ਦਾ ਜਿਹੜਾ ਹੁੰਦਾ ਉਹ ਅਗਲੇ ਕ੍ਰਾਈਮ ਨੂੰ ਜਿਹੜਾ ਉਹ ਫਰਦਰ ਫੈਸਿਲਿਟੇਟ ਕਰਦਾ ਹੈ। ਸੋ ਇਨੀਸ਼ੀਅਲ ਸਟੇਜ ਤੇ ਜਿਹੜਾ ਇਹ ਜਿਹਾ ਐਕਸ਼ਨ ਹੁੰਦਾ ਹੈ ਬੜਾ ਪ੍ਰੀਵੈਂਟਿਵ ਔਰ ਬੜਾ ਇਫੈਕਟਿਵ ਐਕਸ਼ਨ ਹੁੰਦਾ ਹੈ। ਗਿਲ ਸਰ, ਜਿਹੜੇ ਉੱਤਰ ਪ੍ਰਦੇਸ਼ ਜਾਂ ਐਮਪੀ से ਜਿਹੜੇ ਸਪਲਾਈ ਹੋ ਰਹੇ ਵੈਪਨਸ, ਉਹ ਵੀ ਇੱਕ ਬਹੁਤ ਵੱਡਾ ਚੈਲੰਜ ਹੈ ਸਰ ਪੰਜਾਬ ਪੁਲਿਸ। ਉਹਦੇ 'ਚ ਵੀ ਆਪਾਂ ਜਾਵਾਂਗੇ ਜੀ, ਜਿਸ ਤਰ੍ਹਾਂ ਮੈਂ ਹੁਣੇ ਦੱਸਿਆ, ਹੁਣ ਇਨਵੈਸਟੀਗੇਸ਼ਨ ਕਰਾਂਗੇ, ਜਿਹੜੇ ਐਂਡ ਤੱਕ ਧੁਰੇ ਤੱਕ ਜਾਣਾ, ਇਹੀ ਹੁਣ ਹਰ ਚੀਜ਼ 'ਚ ਪੰਜਾਬ ਗਵਰਨਮੈਂਟ ਦਾ, ਮਾਨਯੋਗ ਸੀਐਮ ਸਾਹਿਬ ਦਾ, ਡੀਜੀਪੀ ਸਾਹਿਬ ਦਾ ਇਹੀ ਆ ਕਿ ਹਰ ਚੀਜ਼ ਦੇ ਬੈਕਗ੍ਰਾਉਂਡ ਤੇ ਜਾਓ, ਬੈਕਵਰਡ ਲਿੰਕੇਜ ਲੱਭੋ, ਚਾਹੇ ਉਹ ਡਰੱਗਸ ਹੋਵੇ, ਚਾਹੇ ਵੈਪਨਸ ਹੋਣ, ਚਾਹੇ ਉਹ ਕੋਈ ਵੀ ਕ੍ਰਾਈਮ ਆ। ਜੇ ਆਪਾਂ ਪਿੱਛੇ ਤੱਕ ਜਾਵਾਂਗੇ ਜੜ ਤਾਂ ਦੀ ਖਤਮ ਹੋਏਗੀ। ਸੋ ਸਰ ਨੋਰਥ ਜ਼ੋਨ ਕੌਂਸਲ ਦੀ ਮੀਟਿੰਗ ਹੋਈ ਸੀ, ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਹੋਈ ਸੀ ਜੈਪੁਰ ਦੇ ਵਿੱਚ। ਉਹਦੇ 'ਚ ਇੱਕ ਇਸ਼ੂ ਗੈਂਗਸਟਰ ਨੂੰ ਲੈ ਕੇ ਸਟੇਟ ਵੱਲੋਂ ਪੇਸ਼ ਵੀ ਕੀਤਾ ਗਿਆ ਸੀ। ਉਹ 'ਚ ਇਹ ਸੀਗਾ ਕਿ ਇੰਟਰ ਸਟੇਟ ਕੋਆਰਡੀਨੇਸ਼ਨ ਕਮੇਟੀ ਬਣਾਈ ਜਾਏਗੀ, ਜਿਹਦੇ ਵਿੱਚ ਨੌਰਥ ਇੰਡੀਆ ਦੇ ਜਾਂ ਯੂਪੀ, ਬਿਹਾਰ ਅਲੱਗ-ਅਲੱਗ ਟੋਟੇ ਸ਼ਾਮਲ ਕੀਤੇ ਜਾਣਗੇ। ਕੀ ਇਹੀ ਦੀ ਕਰਕੇ ਜਿਸ ਤਰ੍ਹਾਂ ਯੂਪੀ ਦਾ ਐਮਪੀ ਨਾਲ ਕੋਈ ਦੂਜੇ ਸਟੇਟਾਂ ਨਾਲ ਕੋਈ ਕੋਆਰਡੀਨੇਸ਼ਨ ਕਮੇਟੀ ਜਾਂ ਕੁਝ ਕੋਆਰਡੀਨੇਟ ਕੁਝ ਕਰ ਰਹੇ ਆ? ਬਿਲਕੁਲ ਚੱਲ ਰਿਹਾ ਜੀ, ਇਹਨੂੰ ਅੱਗੇ ਕੀਤਾ ਜਾਵੇ। ਬਿਲਕੁਲ ਚੱਲ ਰਿਹਾ। ਦੇਖੋ, ਕੋਆਪਰੇਸ਼ਨ ਤੇ ਕੋਆਰਡੀਨੇਸ਼ਨ ਸਾਰੀਆਂ ਸਟੇਟਸ ਦੀ ਬੜੀ ਜ਼ਰੂਰੀ ਆ। ਜਿਹੜੇ ਇਹ ਜਿਹੇ ਕ੍ਰਾਈਮਸ ਹੁੰਦੇ ਆ, ਚਾਹੇ ਉਹ ਡਰੱਗਸ ਦਾ ਹੋਵੇ, ਚਾਹੇ ਗੈਂਗਸਟਰਸ ਦਾ ਹੋਵੇ, ਉਹ ਕਈ ਸਟੇਟਸ ਦੇ ਨਾਲ ਲਿੰਕਡ ਹੁੰਦੇ ਆ। ਜਿਸ ਤਰ੍ਹਾਂ ਇਹ ਵਾਲਾ ਆਪਾਂ ਅੱਜ ਵਾਲਾ ਦੀ ਗੱਲ ਕਰ ਰਹੇ ਹਾਂ, ਇਹਦੇ 'ਚ ਯੂਪੀ ਦੀ ਵੀ ਮਦਦ ਚਾਹੀਦੀ ਹੋਏਗੀ, ਆਪਾਂ ਨੂੰ ਐਮਪੀ ਦੀ ਵੀ ਮਦਦ ਚਾਹੀਦੀ ਹੋਏਗੀ। ਹੋ ਸਕਦਾ ਹੈ ਜਦੋਂ ਆਪਾਂ ਇਨਵੈਸਟੀਗੇਸ਼ਨ ਕਰੀਏ ਕਿਸੇ ਹੋਰ ਸਟੇਟ ਦੀ ਵੀ ਹੈਲਪ ਚਾਹੀਦੀ ਹੋਵੇ। ਸੋ ਇਹ ਇੰਟਰ ਸਟੇਟ ਕੋਆਪਰੇਸ਼ਨ ਕੋਆਰਡੀਨੇਸ਼ਨ ਦੀ ਬੜੀ ਜ਼ਰੂਰਤ ਆ, ਜਿਹੜੀ ਕਿ ਆਲਰੇਡੀ ਆਪਾਂ ਇਸ ਕੰਮ ਦੇ ਉੱਤੇ ਲੱਗੇ ਹੋਏ ਹਾਂ। ਜੋ ਰਾਈਵਲ ਗੈਂਗ ਮੈਂਬਰ ਜਿਨ੍ਹਾਂ ਦੇ ਟਾਰਗੇਟ ਸੀਗੇ ਜਾਂ ਬਾਕੀ ਹੋਰ ਪਰਸਨ ਸੀਗੇ, ਉਹ ਕੀ ਇਹਨਾਂ ਨੇ ਜਿਹੜੇ ਟਾਰਗੇਟ ਤਿਆਰ ਕੀਤੇ ਸੀ ਲਾਰੈਂਸ ਬਿਸ਼ਨੋਈ ਨਾਲ ਸਾਰਾ ਤਿਆਰ ਕੀਤਾ ਹੋਇਆ ਇਹਨਾਂ ਨੇ? ਉਹ ਇਨਵੈਸਟੀਗੇਟ ਕਰ ਰਹੇ ਹਾਂ ਕਿ ਕੀ ਉਹ ਡਾਇਰੈਕਟਲੀ ਲਿੰਕ 'ਚ ਸੀਗੇ। ਉਹ ਜੋ ਵੀ ਡਿਵੈਲਪਮੈਂਟ ਹੋਏਗੀ, ਕਿਉਂਕਿ ਇਹਦਾ ਫਾਲੋ ਅਪ ਜ਼ਰੂਰ ਹੋਏਗਾ ਇਸ ਪਾਰਟਿਕੂਲਰ ਇਸ਼ੂ ਦਾ। ਸੋ ਆਪਾਂ ਦੁਬਾਰਾ ਜਦੋਂ ਮਿਲਦੇ ਹਾਂ ਇਹਦਾ ਫਾਲੋ ਅਪ ਵੀ ਜ਼ਰੂਰ ਦੱਸਾਂਗੇ। सर इसमें क्वेश्चन कि हरियाणा एमएलए को भी थ्रेट मिल रही है गैंगस्टर से, क्या इनमें कोई ਨਹੀਂ, ਇਹਦਾ ਇਸ ਪਾਰਟਿਕੂਲਰ ਗੈਂਗ ਦਾ ਉਸ ਚੀਜ਼ ਨਾਲ ਕੋਈ ਲਿੰਕ ਨਹੀਂ ਹੈਗਾ, ਇਹ ਡਿਫਰੈਂਟ ਆ। ਗਿਲ ਸਰ, ਸਿੱਧੂ ਮੂਸੇਵਾਲੇ ਮਰਡਰ ਨੂੰ ਲੈ ਕੇ ਜਿਹੜੇ ਵੀ ਛੋਟੇ-ਮੋਟੇ ਅਪਰਾਧੀ ਨੇ, ਉਹਨਾਂ ਦੀ ਵੀ ਇਨਵੋਲਵਮੈਂਟ ਦੇਖੀ ਗਈ ਕਿ ਸਿੱਧੂ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਹੋਈ, ਉਹ ਕਿਸ ਤਰ੍ਹਾਂ ਤੁਸੀਂ ਕੰਟਰੋਲ ਕਰੋ? ਥੋੜੇ ਜਿਹੇ ਪੈਸੇ ਪਿੱਛੇ ਇਨੀਸ਼ੀਅਲੀ ਜਿਹੜੀ ਹੁਣ ਪੁੱਛਗਿੱਛ ਹੋਈ ਹੈ ਕਿ ਜਿਹੜੀ ਵੀ ਲੌਜਿਸਟਿਕ ਚੀਜ਼ਾਂ ਪ੍ਰੋਵਾਈਡ ਕੀਤੀ, ਕੋਈ ਵੀ ਦੇਖੋ, ਇਹ ਜਦੋਂ ਜਿਸ ਤਰ੍ਹਾਂ ਮੈਂ ਦੱਸਿਆ ਬੈਕਵਰਡ ਲਿੰਕੇਜ ਤੇ ਫਾਰਵਰਡ ਲਿੰਕੇਜ ਦੀ ਜਦੋਂ ਆਪਾਂ ਗੱਲ ਕਰਦੇ, ਜਿੱਦਾਂ ਹੁਣ ਇਹ ਆਪਾਂ ਤਾਂ ਇਸ ਇਸ਼ੂ ਦੀ ਗੱਲ ਕਰ ਰਹੇ ਹਾਂ, ਇਹਦੇ ਨਾਲ ਹੀ ਇਹ ਕਲੀਅਰ ਹੋ ਜਾਂਦਾ ਕਿ ਹੁਣ ਜਦੋਂ ਇਹ ਪੁੱਛਣਗੇ ਕਿੱਥੇ ਕਿੱਥੇ ਠਹਿਰੇ ਸੀਗੇ, ਕੌਣ ਇਹਨਾਂ ਨੂੰ ਵੈਪਨ ਸਪਲਾਈ ਕਰਦਾ ਸੀ, ਪੈਸੇ ਵੀ ਕਿਤੇ ਆਉਂਦੇ ਹੋਣਗੇ, ਜਦੋਂ ਉਹਦੀ ਤਹਿ ਤੱਕ ਜਾਣਗੇ, ਉਹ ਇਹ ਚੀਜ਼ਾਂ ਆਪਣੇ ਆਪ, ਜਦੋਂ ਪੁਲਿਸ ਬਹੁਤ ਡੂੰਘਾਈ 'ਚ ਡੈਪਥ 'ਚ ਇਨਵੈਸਟੀਗੇਸ਼ਨ ਕਰਦੀ ਹੈ, ਕਾਫੀ ਇਸ਼ੂਜ਼ ਉਹਦੇ ਵਿੱਚ ਕਵਰ ਹੋ ਜਾਂਦੇ ਆ। ਸੋ ਜਦੋਂ ਇਹਦੇ 'ਚ ਡੈਪਥ 'ਚ ਜਾਣਗੇ ਹੁਣ ਸਾਰਾ, ਕਿਉਂਕਿ ਜਿੱਦਾਂ ਤਰਨਤਾਰਨ ਦੇ ਆ, ਫਿਰੋਜ਼ਪੁਰ ਦੇ ਅਲੱਗ-ਅਲੱਗ ਏਰੀਆਜ਼ ਦੇ ਆ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਹੋਊਗੀ, ਮੈਂ ਵਾਰ-ਵਾਰ ਉਸੇ ਗੱਲ ਤੇ ਕਰਕੇ, ਕਿਉਂਕਿ ਇੱਥੋਂ ਹੀ ਗੱਲ ਅੱਗੇ ਤੁਰਦੀ ਆ ਫਰਦਰ, ਔਰ ਹੋ ਸਕਦਾ ਇਹਨਾਂ ਨੂੰ 13 ਨੂੰ ਇਨਵੈਸਟੀਗੇਟ ਕਰਦੇ ਕਰਦੇ 10 ਕ੍ਰਿਮੀਨਲ ਹੋਰ ਲੱਭ ਜਾਣ ਇਸੇ ਕੇਸ ਦੇ ਵਿੱਚ। ਇੱਕ ਨਾ ਇੱਥੇ ਲਿਸਟ ਜਿਹੜੀ ਸਾਹਮਣੇ ਆਈ ਹੈ ਉਹਦੇ ਵਿੱਚ ਕਾਫੀ ਕੇਸਿਸ ਜਿਹੜੇ ਨੇ ਇਹਨਾਂ ਕ੍ਰਿਮੀਨਲਸ ਜਿਹੜੇ ਕੇਸਿਸ ਨੇ ਇਹਨਾਂ ਦੇ ਉੱਪਰ ਦਰਜ ਨੇ। ਇੱਥੇ ਸਵਾਲ ਪੁਲਿਸ ਦੇ ਉੱਪਰ ਸਿੱਧੇ ਤੌਰ ਤੇ ਖੜਾ ਹੋ ਰਿਹਾ ਕਿ ਪੁਲਿਸ ਕੀ ਪਹਿਲਾਂ ਧਿਆਨ ਨਹੀਂ ਦੇ ਰਹੀ ਸੀ ਕਿ ਇਸ ਤਰੀਕੇ ਦੇ ਨਾਲ, ਕਿਉਂਕਿ ਹਰ ਕਿਸੇ ਦੇ ਉੱਪਰ ਕਿਸੇ ਦੇ ਕੋਲ ਗਨਸ ਦਾ ਜਿਹੜਾ ਪਰਚਾ ਦਰਜ ਹੋਇਆ, ਕਿਸੇ ਦੇ ਮਰਡਰ ਦਾ ਪਰਚਾ ਦਰਜ ਹੈ, ਕਿ ਉਸ ਜਗ੍ਹਾ ਤੇ ਜਿਸ ਤੇ ਪਰਚਾ ਹੋਇਆ ਸੀ, ਜਿਸ ਥਾਣੇ ਦੀ ਪੋਸਟ ਸੀ, ਉਹ ਨਿਗਰਾਨੀ ਨਹੀਂ ਰੱਖ ਰਹੀ ਸੀ ਨਾ ਕ੍ਰਿਮੀਨਲਸ। ਉਹ ਚੈੱਕ ਕਰਨਾ ਪੈਣਾ ਜੀ, ਕਈ ਕੇਸਿਸ ਦੇ ਵਿੱਚ ਹੋ ਸਕਦਾ ਅਰੈਸਟ ਹੋ ਕੇ ਬੇਲ ਤੇ ਹੋਣ ਜਾਂ ਕੀ ਸਟੇਟਸ ਆ, ਉਹ ਕੱਲੇ ਜਦੋਂ 32 ਕੇਸ ਨੇ ਟੋਟਲ ਹੁਣ 32 ਚ ਕਈ ਕੇਸਿਸ ਇਹੋ ਜਿਹੇ ਨੇ ਜਿਹਦੇ ਵਿੱਚ ਕਾਮਨ ਕੇਸਿਸ ਨੇ, 13 ਬੰਦੇ ਆ, 32 ਕੇਸਿਸ ਆ। ਸਾਰਿਆਂ ਦਾ ਐਨਾਲਿਸਿਸ ਕਰਕੇ ਦੇਖਾਂਗੇ ਇੱਕ ਵਾਰੀ ਕਿਹੜੇ ਕੇਸ 'ਚ ਕੀ ਐਕਸ਼ਨ ਹੋਇਆ। ਹੋ ਸਕਦਾ ਕਈਆਂ 'ਚ ਅਰੈਸਟ ਹੋਏ ਹੋਣ, ਬੇਲ ਹੋਈ ਹੋਵੇ, ਕਈਆਂ 'ਚ ਭਗੌੜੇ ਵੀ ਹੋਣ, ਹੋ ਸਕਦਾ ਕਈਆਂ 'ਚ ਪੀਓ ਵੀ ਹੋਣ। ਉਹ ਸਾਰਾ ਸਟੇਟਸ ਐਗਜ਼ਾਮਿਨ ਕਰਾਂਗੇ ਹੁਣ, ਕਿਉਂਕਿ ਇੱਥੇ ਕਾਫੀ ਟਾਈਮ ਲੱਗਦਾ ਹੈ। ਤਾਂ ਉਹਦਾ ਫੋਲੋ ਅਪ ਤਦੇ ਮੈਂ ਕਹਿ ਰਿਹਾ ਜਦੋਂ ਵੀ ਆਪਾਂ ਦੁਬਾਰਾ ਮਿਲਦੇ ਤਾਂ ਫੋਲੋ ਅਪ ਜ਼ਰੂਰ ਦੇਵਾਂਗੇ ਤੁਹਾਨੂੰ ਅਸੀਂ ਇਸ ਚੀਜ਼ ਦਾ। क्या लगता है पंजाब में स्लीपर सेल बड़े आगे? नहीं, as such we cannot say, we can only say कि भी पुलिस
ने और ज़्यादा मेहनत से प्रोएक्टिवली काम करना स्टार्ट किया है, तो शायद उसी की वजह से ही ऐसे जो केसेस हैं, जो ऐसे गैंग्स हैं, वो सामने आ रहे हैं पुलिस के। स्लीपर सेल बड़े हैं कुछ आपको लगता है पहले से दैट बट इस इनिशियल स्टेज पे नहीं कहा जा सकता है।